ਜੇ ਆਪਾਂ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਤਾਂ ਇਸ ਵਾਰੀ ਮੈਨੂੰ ਤਾਂ ਲੱਗਦਾ ਹੈ ਕਿਸੇ ਜੋਤਸ਼ੀ ਤੋਂ ਪੁੱਛਣਾ ਪੈਣਾ ਹੈ ਕਿ ਸਰਕਾਰ ਕਿਹਦੀ ਬਣੀ। ਜੇ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਜਿਹੜੇ ਹਲੇ ਤੱਕ ਐਨਾਲਾਈਜ਼ ਹੋਏ ਹੈ ਜਾਂ ਜੋ ਵੋਟਿੰਗ ਦਾ ਪੈਟਰਨ ਹੋਇਆ, ਉਸ ਹਿਸਾਬ ਨਾਲ ਹਲੇ ਤੱਕ ਜੋ ਮੈਨੂੰ ਉਮੀਦ ਲੱਗਦੀ ਹੈ ਕਿ ਆਮ ਆਦਮੀ ਪਾਰਟੀ ਫਿਲਹਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ ਚ ਉੱਭਰ ਕੇ ਆ ਰਹੀ ਹੈ। ਚੰਨੀ ਜੀ ਦੇ ਕੰਮ ਜਿਹੜੇ 111 ਦਿਨ ਦੇ ਕੰਮ ਹੈ, ਸ਼ਾਇਦ ਉਹਨਾਂ ਕੰਮਾਂ ਕਰਕੇ ਚਾਹੇ ਉਹਨਾਂ 'ਚ ਕਾਫੀ ਹੱਦ ਤੱਕ ਐਲਾਨ ਹੀ ਹੋਏ, ਪ੍ਰੈਕਟੀਕਲ ਰੂਪ ਦੇ ਵਿੱਚ ਉਹ ਕੰਮ ਜ਼ਿਆਦਾ ਨਹੀਂ ਹੋ ਸਕੇ, ਬਟ ਜੋ ਵੀ ਉਹਨਾਂ ਨੇ 111 ਦਿਨ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਜਿਹੜੀਆਂ ਵੀ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਅੱਜ ਕਾਂਗਰਸ ਫਿਰ ਦੁਬਾਰਾ ਮੁਕਾਬਲੇ 'ਚ ਹੈ। ਮੈਨੂੰ ਜਿੱਥੋਂ ਤੱਕ ਮੇਰੇ ਸੂਤਰ ਕਹਿੰਦੇ ਨੇ, ਕੈਪਟਨ ਅਮਰਿੰਦਰ ਸਿੰਘ ਦੀ ਇਸ ਵਾਰੀ ਕੋਈ ਬਹੁਤ ਵੱਡੀ ਲਹਿਰ ਪਟਿਆਲੇ 'ਚ ਨਹੀਂ ਨਜ਼ਰ ਆ ਰਹੀ। ਸਭ ਤੋਂ ਹੋਰ ਸੀਟਾਂ ਦੇ ਵਿੱਚੋਂ ਜਿਹੜੀ ਸੀਟ ਆਉਂਦੀ ਹੈ ਉਹ ਧੂਰੀ ਸੀਟ ਹੈ, ਬਿਕੋਜ਼ ਆਮ ਆਦਮੀ ਪਾਰਟੀ ਜਿਹੜੀ ਇਸ ਟਾਈਮ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉੱਭਰ ਕੇ ਆ ਰਹੀ ਹੈ। ਉਹਨਾਂ ਦੇ ਸੀਐਮ ਦੇ ਕੈਂਡੀਡੇਟ ਨੇ ਭਗਵੰਤ ਸਿੰਘ ਮਾਨ। ਲੋਕਾਂ ਵੱਲੋਂ ਬਹੁਤ ਹੁਲਾਰਾ ਮਿਲਿਆ। ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਇੰਤਜ਼ਾਰ ਸੀਗਾ ਕਿ ਕਦ ਵੋਟਾਂ ਆਣਗੀਆਂ, ਲੇਕਿਨ ਉਹ ਵੋਟਾਂ ਤਾਂ ਕੱਲ ਪੈ ਗਈਆਂ ਨੇ। ਹੁਣ ਇੰਤਜ਼ਾਰ ਹੈਗਾ ਕਿ ਪੰਜਾਬ ਦੇ ਕੁਰਸੀ ਉੱਤੇ ਕੌਣ ਸੀਐਮ ਬਣੇਗਾ, ਕਿਹਦੀ ਸਰਕਾਰ ਬਣੇਗੀ, ਕਿਹਦੀ ਸਰਕਾਰ ਨਹੀਂ ਬਣੇਗੀ। ਵੱਡੇ ਵੱਡੇ ਜਿਹੜੇ ਲੀਡਰ ਨੇ ਬੜੇ ਵੱਡੇ ਦਾਅਵੇ ਕਰਦੇ ਨੇ ਕਿ ਅਸੀਂ 5-5 ਸਾਲਾਂ ਤੋਂ ਜਿੱਤਦੇ ਆ ਰਹੇ ਹਾਂ। ਹੁਣ ਸਥਿਤੀ ਇਦਾਂ ਦੀ ਹੈ ਕਿ ਜਿਹਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਹੋਏਗਾ ਉਹੀ ਜਿੱਤ ਸਕਦਾ ਹੈ। ਬਾਕੀ ਅਸੀਂ ਇਸ ਗੱਲ ਕਰਨ ਜਾ ਰਹੇ ਹਾਂ ਗੁਰਪ੍ਰੀਤ ਸਿੰਘ ਕੈਰੋ ਜੀ ਨਾਲ। ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਪੰਜਾਬ ਦੇ ਜਿਹੜੇ ਇਲੈਕਸ਼ਨ ਹੋਏ ਨੇ ਉੱਥੇ ਕੀ ਸਥਿਤੀ ਰਹੀ ਜਾਂ ਕੀ ਇਹਨਾਂ ਨੂੰ ਲੱਗਦਾ ਹੈ ਕਿ ਕਿਹਦੀ ਸਰਕਾਰ ਬਣ ਸਕਦੀ ਹੈ। ਹਾਂਜੀ ਕੈਰੋ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜੇ ਆਪਾਂ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਤਾਂ ਇਸ ਵਾਰੀ ਮੈਨੂੰ ਤਾਂ ਲੱਗਦਾ ਹੈ ਕਿਸੇ ਜੋਤਸ਼ੀ ਤੋਂ ਪੁੱਛਣਾ ਪੈਣਾ ਹੈ ਕਿ ਸਰਕਾਰ ਕਿਹਦੀ ਬਣਨੀ ਹੈ। ਉਹਦਾ ਕਾਰਨ ਇਹ ਹੈ ਕਿ ਇਸ ਵਾਰੀ ਲੋਕਾਂ ਦੇ ਮਨ ਨੂੰ ਪੜ੍ਹਨਾ ਬਹੁਤ ਔਖਾ ਹੈ। 2012 ਜਦੋਂ ਅਕਾਲੀ ਤੇ ਬੀਜੇਪੀ ਰਿਪੀਟ ਕੀਤੇ ਸੀ, ਅੱਜ ਤੱਕ ਦੀ ਪੰਜਾਬ ਦੇ ਇਤਿਹਾਸ 78.30% ਵੋਟਿੰਗ ਅੱਜ ਤੱਕ ਦੇ ਇਤਿਹਾਸ ਦੀ ਸਭ ਤੋਂ ਵੱਡੀ ਵੋਟਿੰਗ ਹੋਈ ਸੀ। ਐਂਡ ਸੁਣਨ 'ਚ ਹਮੇਸ਼ਾ ਅੱਜ ਤੱਕ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਜਦੋਂ ਵੋਟਿੰਗ ਬੰਪਰ ਹੁੰਦੀ ਹੈ ਤਾਂ ਲੋਕਾਂ ਦਾ ਜਿਹੜਾ ਬਦਲਾਵ ਦਾ ਮੂਡ ਹੁੰਦਾ। ਬਟ ਜੇ 2012 ਦੀਆਂ ਆਪਾਂ ਇਲੈਕਸ਼ਨਾਂ ਨੂੰ ਦੇਖੀਏ ਤਾਂ ਬੰਪਰ ਵੋਟਿੰਗ ਹੋਣ ਦੇ ਬਾਵਜੂਦ ਅਕਾਲੀ ਤੇ ਬੀਜੇਪੀ ਦੀ ਸਰਕਾਰ ਰਿਪੀਟ ਕੀਤੀ 2017 ਚ 77.36%। ਜੇ ਕੈਰੋ ਸਾਹਿਬ ਗੱਲ ਕਰੀਏ ਉਸ ਟਾਈਮ ਨਾ ਅਕਾਲੀ ਤੇ ਬੀਜੇਪੀ ਸਭ ਇਕੱਠੇ ਸੀਗੇ। ਹੁਣ ਦੇ ਸਮੇਂ ਕਦ ਚੇਂਜ ਹੋ ਚੁੱਕੇ ਨੇ। ਹੁਣ ਬਹੁਤ ਸਾਰੇ ਜਿਹੜੇ ਹੈਗੀਆਂ ਪਾਰਟੀਆਂ ਵਿੱਚ ਜਿਹਨੂੰ ਕਹਿ ਸਕਦੇ ਨੇ ਬਹੁਤ ਸਾਰੀਆਂ ਪਾਰਟੀਆਂ ਦੀ ਇਨਵੋਲਵਮੈਂਟ ਹੋ ਚੁੱਕੀ ਹੈ। ਹੁਣ ਆਮ ਆਦਮੀ ਪਾਰਟੀ ਦਾ ਵੀ ਬਹੁਤ ਜ਼ਿਆਦਾ ਰੋਲ ਹੈ, ਉਹਦੇ ਸੰਯੁਕਤ ਮੋਰਚਾ ਹੈ, ਕੈਪਟਨ ਸਾਹਿਬ ਵੀ ਆ ਗਏ, ਬਾਕੀ ਹੋਰ ਸਾਰੇ ਜਿੰਨੇ ਵੀ ਲੀਡਰ ਹੈਗੇ ਆਪਣੀ ਕਿਸਮ ਅਜ਼ਮਾਨ ਵਿੱਚ ਲੱਗੇ ਹੋਏ ਨੇ ਵੀ ਅਸੀਂ ਆਪਣੀ ਸਰਕਾਰ ਬਣਾਉਣੀ। ਕੀ ਕਹਿਣਾ ਚਾਹੋਗੇ? ਦੇਖੋ, ਇਹਦੇ 'ਚ ਤਾਂ ਹੀ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ ਕਿ ਇਸ ਵਾਰੀ ਕਿਸੇ ਚੀਜ਼ ਨੂੰ ਐਨਾਲਾਈਜ਼ ਕਰਨਾ ਇਹ ਬਹੁਤ ਔਖੀ ਜੌਬ ਹੈ। ਮੈਂ ਤੁਹਾਨੂੰ ਪੰਡਤ ਜੀ ਇਸੇ ਕਰਕੇ ਸਪੈਸ਼ਲੀ ਇਹ ਸ਼ਬਦ ਯੂਜ਼ ਕੀਤਾ ਵੀ ਇਸ ਵਾਰੀ ਪੰਡਤ ਜੀ ਤੋਂ ਭੁਗਤਾਨੀ ਕਰਾਉਣੀ ਪੈਣੀ ਵੀ ਹਾਂਜੀ ਸਰਕਾਰ ਪੰਜਾਬ 'ਚ ਕਿਹਦੀ ਬਣਾਉਣੀ ਹੈ। ਪਰ ਇਹਦੇ 'ਚ ਕੋਈ ਕਿੰਤੂ ਵਾਲੀ ਗੱਲ ਨਹੀਂ ਹੈ ਕਿ ਜੇ ਅਸੀਂ ਸਾਰੀਆਂ ਪਾਰਟੀਆਂ ਦਾ ਮਿਲਾ ਜੁਲਾ ਰੁਖ ਦੇਖੀਏ ਤਾਂ ਇਸ ਟਾਈਮ ਜੇ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਜਿਹੜੇ ਹਲੇ ਤੱਕ ਐਨਾਲਾਈਜ਼ ਹੋਏ ਹੈ ਜਾਂ ਜੋ ਵੋਟਿੰਗ ਦਾ ਪੈਟਰਨ ਹੋਇਆ, ਉਸ ਹਿਸਾਬ ਨਾਲ ਹਲੇ ਤੱਕ ਜੋ ਮੈਨੂੰ ਉਮੀਦ ਲੱਗਦੀ ਹੈ ਕਿ ਆਮ ਆਦਮੀ ਪਾਰਟੀ ਫਿਲਹਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉੱਭਰ ਕੇ ਆ ਰਹੀ ਹੈ। ਲੇਕਿਨ ਤੁਹਾਨੂੰ ਲੱਗਦਾ ਨਹੀਂ ਕਾਂਗਰਸ ਦੇ ਵੀ ਚੰਨੀ ਸਾਹਿਬ ਨੇ ਕੁਝ ਟਾਈਮ ਉਹਨਾਂ ਨੂੰ ਟਾਈਮ ਮਿਲਿਆ ਤੇ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਕਿ ਅਸਰ ਉਹਨਾਂ ਨੂੰ ਕੋਈ ਕ੍ਰੈਡਿਟ ਮਿਲੂਗਾ ਕਾਂਗਰਸ ਨੂੰ? ਦੇਖੋ, ਜੇ ਆਪਾਂ ਚੰਨੀ ਸਾਹਿਬ ਦੀ ਗੱਲ ਕਰੀਏ ਤਾਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਜੇ ਕਿਤੇ ਇਹੀ ਕਾਂਗਰਸ ਇਲੈਕਸ਼ਨ 2022 ਦੀ ਕੈਪਟਨ ਅਮਰਿੰਦਰ ਸਿੰਘ ਦੀ ਸੁਪਰਵਿਜ਼ਨ ਅੰਡਰ ਜੇ ਲੜਦੀ ਤਾਂ ਸ਼ਾਇਦ ਇਸ ਟਾਈਮ ਕਾਂਗਰਸ ਤੀਜੀ ਪੋਜੀਸ਼ਨ ਤੇ ਹੁੰਦੀ। ਚੰਨੀ ਜੀ ਦੇ ਕੰਮ ਜਿਹੜੇ 111 ਦਿਨ ਦੇ ਕੰਮ ਹੈ, ਸ਼ਾਇਦ ਉਹਨਾਂ ਕੰਮਾਂ ਕਰਕੇ ਚਾਹੇ ਉਹਨਾਂ 'ਚ ਕਾਫੀ ਹੱਦ ਤੱਕ ਐਲਾਨ ਹੀ ਹੋਏ, ਪ੍ਰੈਕਟੀਕਲ ਰੂਪ ਦੇ ਵਿੱਚ ਉਹ ਕੰਮ ਜ਼ਿਆਦਾ ਨਹੀਂ ਹੋ ਸਕੇ, ਬਟ ਜੋ ਵੀ ਉਹਨਾਂ ਨੇ 111 ਦਿਨ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਜਿਹੜੀਆਂ ਵੀ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਸ਼ਾਇਦ ਅੱਜ ਕਾਂਗਰਸ ਫਿਰ ਦੁਬਾਰਾ ਮੁਕਾਬਲੇ 'ਚ ਹੈ।
ਬਾਕੀਆਂ ਪਾਰਟੀਆਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਬੀਜੇਪੀ ਨੇ ਗਠਬੰਧਨ ਕੀਤਾ ਹੈ, ਉਹਨਾਂ ਬਾਰੇ ਕੀ ਵਿਚਾਰ ਹੈ ਤੁਹਾਡੇ? ਦੇਖੋ, ਬੀਜੇਪੀ ਦੀ ਇੱਕ ਆਪਣੀ ਕੈਟਰ ਹੈ, ਆਪਣੀ ਇੱਕ ਵੋਟ ਹੈ। ਨਾਰਮਲ ਪੰਜਾਬ ਦੇ ਵਿੱਚ ਜਿਹੜੀ ਬੀਜੇਪੀ ਦੀ ਵੋਟ ਹੈ ਉਹ 10 ਤੋਂ 12% ਹੈ, ਜਿਹੜੀ ਪਿਛਲੇ ਆਪਣੀਆਂ ਇਲੈਕਸ਼ਨਾਂ ਦੀ ਜੇ ਆਪਾਂ ਕੈਲਕੂਲੇਸ਼ਨ ਕਰਕੇ ਦੇਖੀਏ ਉਹਨਾਂ ਨੇ ਐਵਰੇਜ। ਬਟ ਇਸ ਵਾਰੀ ਜਿੰਨਾ ਕੋਈ ਬੀਜੇਪੀ ਨੇ ਪੈਸਾ ਤੇ ਜ਼ੋਰ ਲਾਇਆ ਤਾਂ ਦੂਜੀਆਂ ਪਾਰਟੀਆਂ ਦੇ ਜਿਹੜੇ ਵੱਡੇ ਲੀਡਰਾਂ ਨੂੰ ਆਪਣੇ ਵੱਲ ਖਿੱਚਿਆ, ਆਪਣੇ ਵੱਲ ਮੋਹਿਆ, ਉਹ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਬੀਜੇਪੀ ਚਾਹੇ ਸੀਟਾਂ ਉਹਦੀਆਂ 3 ਤੋਂ 5 ਹੀ ਆਉਣ, ਜੋ ਸਾਡੀਆਂ ਸੰਭਾਵਨਾ ਹੈ। ਪਰ ਜੇ ਵੋਟਿੰਗ ਸ਼ੇਅਰ ਦੇਖੀਏ, ਕਿਉਂਕਿ ਇਸ ਵਾਰੀ ਉਹ 77 ਸੀਟਾਂ ਦੇ ਲੜ ਰਹੀ ਹੈ ਤੇ ਅੱਗੇ ਕਦੀ ਵੀ ਜਦੋਂ ਵੀ ਅਕਾਲੀ ਤੇ ਬੀਜੇਪੀ ਦਾ ਜੋੜ ਰਿਹਾ ਹੋਇਆ, ਉਹ 23 ਸੀਟਾਂ ਤੋਂ ਉੱਤੇ ਉਹਨਾਂ ਨੂੰ ਕਦੀ ਸੀਟਾਂ ਨਹੀਂ ਮਿਲੀਆਂ। ਸੋ ਵੋਟਿੰਗ ਸ਼ੇਅਰ ਇਹਦੇ 'ਚ ਕੋਈ ਕਿੰਤੂ ਵਾਲੀ ਗੱਲ ਨਹੀਂ ਹੈ ਕਿ ਪਿੱਛੇ ਦੇ ਮੁਕਾਬਲੇ ਇਸ ਵਾਰੀ ਬੀਜੇਪੀ ਦਾ ਵੋਟਿੰਗ ਸ਼ੇਅਰ ਕਾਫੀ ਜ਼ਿਆਦਾ ਵਧੇਗਾ। ਜੇ ਅਸੀਂ ਗੱਲ ਕਰੀਏ ਡਿਵੈਲਪਮੈਂਟ ਤੇ ਵੀ, ਤਾਂ ਜੇ ਅਸੀਂ ਗੱਲ ਕਰਦੇ ਉੱਤੇ ਵੀ ਤਾਂ ਵੋਟਿੰਗ ਮਿਲੇਗੀ ਪੰਜਾਬ ਦੇ ਵਿੱਚ। ਜਿਹੜੀਆਂ ਇਹਨਾਂ ਦੀ ਕਈ ਹੌਟ ਸੀਟਾਂ ਵੀ ਹੈਗੀਆਂ, ਜਿੱਥੇ ਸਿੱਧੂ ਮੂਸੇਵਾਲੇ ਵੀ ਖੜੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਉਹਨਾਂ ਨੂੰ ਕੁਝ ਲੋਕ ਐਫੀਡੇਵਿਟ ਦੇ ਕੇ ਉਹਨਾਂ ਦੇ ਸਾਈਨ ਕਰਾ ਰਹੇ ਵੀ ਸਿੱਧੂ ਸਾਹਿਬ ਵੀ ਤੁਸੀਂ ਸਾਨੂੰ ਐਫੀਡੇਵਿਟ ਦੇ ਕੇ ਜਾਓ, ਜਿੱਤੋਗੇ ਸਾਡੇ ਕੰਮ ਹੋਣਗੇ। ਇਹ ਜਿਹੜਾ ਲੋਕਾਂ ਦੇ ਅੰਦਰ ਅੰਧ ਵਿਸ਼ਵਾਸ ਪੈਦਾ ਹੋ ਰਿਹਾ ਵੀ ਲੀਡਰ ਬਣਨ ਤੋਂ ਬਾਅਦ ਕੋਈ ਕੰਮ ਨਹੀਂ ਕਰਦੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈ ਤਾਂ ਇਹ ਸੁਣਨ ਚ ਆਇਆ ਹੈ ਕਿ ਮਾਨਸਾ ਦੇ ਕਿਸੇ ਪਿੰਡ ਦੇ ਵਿੱਚ, ਸ਼ਾਇਦ ਉਸ ਪਿੰਡ ਦਾ ਨਾਮ ਖੀਵੇ ਨਾਲ ਹੈ, ਉੱਥੇ ਲੋਕਾਂ ਨੇ ਵੋਟ ਦੇਣ ਤੋਂ ਸਿੱਧੂ ਮੂਸੇਵਾਲੇ ਨੂੰ ਮਨਾ ਕਰਤਾ ਤੇ ਨਾਲ ਇੱਕ ਸ਼ਰਤ ਰੱਖੀ ਕਿ ਜੇ ਤੁਸੀਂ ਐਫੀਡੇਵਿਟ ਤੇ ਲਿਖ ਕੇ ਦਿਓਗੇ ਤਾਂ ਫਿਰ ਅਸੀਂ ਤੁਹਾਨੂੰ ਵੋਟ ਪਾਵਾਂਗੇ। ਐਂਡ ਸਿੱਧੂ ਮੂਸੇਵਾਲੇ ਨੇ ਐਫੀਡੇਵਿਟ ਤੇ ਲਿਖ ਕੇ ਦਿੱਤਾ 100 ਰੁਪਏ ਦੇ ਐਫੀਡੇਵਿਟ ਤੇ। ਐਂਡ ਮੈਂ ਸਮਝਦਾ ਕਿ ਸ਼ਾਇਦ ਚੰਗੀ ਪਹਿਲ ਕਦਮੀ ਹੈ। ਤੁਹਾਨੂੰ ਲੱਗਦਾ ਸੀਟ ਜਿੱਤ ਜਾਣਗੀ? ਦੇਖੋ, ਸਿੱਧੂ ਮੂਸੇਵਾਲਾ ਇੱਕ ਬਹੁਤ ਵੱਡੀ ਸੈਲੀਬ੍ਰਿਟੀ ਹੈ। ਇੱਕ ਜਿਹੜਾ ਸੈਲੀਬ੍ਰਿਟੀ ਦਾ ਔਰਾ ਹੁੰਦਾ ਨਾ, ਜੋ ਹਜੇ ਤੱਕ ਹਿੰਦੁਸਤਾਨ ਦੇ ਵਿੱਚ ਜਿਹੜਾ ਇੱਕ ਇਹਦਾ ਇਤਿਹਾਸ ਹੈ, ਜੋ ਇਹਦਾ ਪਾਸਟ ਟਰੈਕ ਹੈ, ਵੱਡੀ ਸੈਲੀਬ੍ਰਿਟੀ ਖਾਸ ਕਰਕੇ ਜਿਹੜੀ ਪਹਿਲੀ ਵਾਰ ਲੜਦੀ ਹੋਵੇ, ਉਹਦਾ ਟਰੈਕ ਹਮੇਸ਼ਾ ਪੋਜ਼ਿਟਿਵ ਹੈ। ਸੋ ਉਮੀਦ ਕਰਦੇ ਆ ਕਿ ਸਿੱਧੂ ਮੂਸੇਵਾਲਾ ਐਜ ਹੈ। ਤੇ ਇਧਰੋਂ ਜੇ ਅਸੀਂ ਗੱਲ ਕਰੀਏ ਮੋਗੇ ਤੇ ਇਧਰੋਂ ਸੋਨੂ ਸੂਦ ਜੀ ਦੇ ਵੀ ਸਿਸਟਰ ਨੇ ਆਪਣਾ ਚੋਣ ਲੜੀ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਉਹ ਵੀ ਤਾਂ ਇੱਕ ਬਹੁਤ ਵੱਡੇ ਬ੍ਰਾਂਡ ਹੈਗੇ ਨੇ ਸਿੱਧੂ ਸੂਦ। ਦੇਖੋ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਇਹ ਟ੍ਰੈਂਡ ਚੇਂਜ ਹੋਣਾ ਚਾਹੀਦਾ ਕਿ ਅਸੀਂ ਸੈਲੀਬ੍ਰਿਟੀ ਦੇ ਚਿਹਰਾ ਦੇਖ ਕੇ ਲੋਕੀ ਇਹ ਸੋਚ ਕੇ ਕੰਮ ਕਰਦੇ ਨੇ, ਇਹ ਸੋਚ ਕੇ ਵੋਟ ਪਾਉਂਦੇ ਨੇ ਕਿ ਇਹ ਬਹੁਤ ਵੱਡਾ ਸਟਾਰ ਹੈ। ਬਟ ਪ੍ਰੈਕਟੀਕਲ ਰੂਪ ਦੇ ਵਿੱਚ ਜੇ ਆਪਾਂ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਸਾਨੂੰ ਉਸ ਬੰਦੇ ਨੂੰ ਵੋਟ ਪਾਉਣੀ ਚਾਹੀਦੀ ਹੈ, ਉਸ ਕੈਂਡੀਡੇਟ ਨੂੰ ਵੋਟ ਪਾਉਣੀ ਚਾਹੀਦੀ ਹੈ ਜਿਹਦਾ ਪਾਸਟ ਟਰੈਕ ਬਹੁਤ ਵਧੀਆ ਹੋਵੇ। ਬਾਕੀ ਜਿੱਥੋਂ ਤੱਕ ਮੋਗੇ ਦੀ ਸੀਟ ਦੀ ਗੱਲ ਹੈਗੀ ਹੈ, ਹਰਜੋਤ ਕਮਲ ਜੀ ਜਿਹੜੇ ਇੱਥੋਂ ਦੇ ਪ੍ਰੈਜ਼ੀਡੈਂਟ ਐਮਐਲਏ ਨੇ, ਉਹ ਬੀਜੇਪੀ ਦੇ ਜਾਣ ਨਾਲ ਇਹਦੇ ਨਾਲ ਕਾਂਗਰਸ ਨੂੰ ਇੱਕ ਵੱਡਾ ਸੈਟਬੈਕ ਲੱਗਣ ਦੀ ਉਮੀਦ ਹੈ। ਐਂਡ ਆਮ ਆਦਮੀ ਪਾਰਟੀ ਦੀ ਡਾਕਟਰ ਅਮਨਦੀਪ ਕੌਰ ਅਰੋੜਾ, ਉਹ ਕਾਫੀ ਹੱਦ ਤੱਕ ਇਸ ਦੇ ਵਿੱਚ ਮਾਲਿਕਾ ਸੂਦ ਜੀ ਨੂੰ ਬਹੁਤ ਵਧੀਆ ਕੰਪੀਟੀਸ਼ਨ ਦੇ ਰਹੇ ਨੇ। ਐਂਡ ਜਿੱਥੇ ਤੱਕ ਮੈਂ ਲੜਾਈ ਦੀ ਗੱਲ ਸਮਝਦਾ, ਇਸ ਟਾਈਮ ਮੋਗੇ ਦੇ ਵਿੱਚ ਆਪ ਤੇ ਕਾਂਗਰਸ ਦੀ। ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਕਈ ਜਗ੍ਹਾ ਝੜਪਾਂ ਵੀ ਹੋਈਆਂ ਨੇ, ਬਹੁਤ ਲੜਾਈ ਝਗੜੇ ਹੋਏ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿ ਪਬਲਿਕ ਵੀ ਹਮੇਸ਼ਾ ਜਿਹੜੀ ਇਹ ਲੜਾਈ ਝਗੜਾ ਤਕਰੀਬਨ ਸ਼ਾਮ ਨੂੰ ਵੀ ਦੇਖਣ ਨੂੰ ਹੁੰਦਾ, ਜਦ ਵੋਟਾਂ ਦਾ ਟਾਈਮ ਰਹਿੰਦਾ ਫਿਰ ਲੱਗਦਾ ਕਿਸੇ ਦੀ ਵੋਟ ਰਹਿ ਗਈ ਤੇ ਅੰਦਰ ਪੋਲਿੰਗ ਬੂਥ ਦੇ ਅੰਦਰ ਬੰਦੇ ਚਲੇ ਗਏ ਜਾਂ ਕੁਝ ਹੋ ਗਿਆ। ਕੋਈ ਲੁਧਿਆਣੇ ਦੇ ਏਰੀਆ ਦੇ ਵਿੱਚ ਵੀ ਹੋਇਆ ਕਿ ਸੁਰਿੰਦਰ ਡੱਬੇ ਦੇ ਏਰੀਆ ਦੇ ਵਿੱਚ ਬੂਥ ਦੇ ਉੱਤੇ ਲੜਾਈ ਹੋਈ ਹੈ, ਬਾਅਦ ਤੋਂ ਕਾਫੀ ਧਰਨਾ ਲਗਾਇਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ? ਲੁਧਿਆਣਾ ਦੇ ਵਿੱਚ ਆਤਮ ਨਗਰ ਦੇ ਵਿੱਚ ਵੀ ਕੋਈ ਨਾ ਕੋਈ ਬੜੀ ਕ੍ਰਿਟੀਕਲ ਸੀਟਾਂ ਹੁੰਦੀਆਂ, ਕਿਉਂਕਿ ਇੰਨੀਆਂ ਮੈਂ ਸਮਝਦਾ ਕਿ ਸਰਕਾਰ ਵੱਲੋਂ ਬਟਾਲੀਅਨ ਬੁਲਾਉਣ ਦੇ ਬਾਵਜੂਦ BSF CRP ਇੰਨਾ ਕੁਝ ਕਰਨ ਦੇ ਬਾਵਜੂਦ ਵੀ ਫਿਰ ਕਿਸ ਤਰ੍ਹਾਂ ਘਟਨਾ ਹੋ ਜਾਂਦੀਆਂ? ਕੀ ਕਹਿਣਾ ਚਾਹੋਗੇ? ਦੇਖੋ, ਇੱਕ ਮੰਦਭਾਗੀ ਗੱਲ ਹੈ ਜਿਹੜੀਆਂ ਲੜਾਈਆਂ ਹੁੰਦੀਆਂ। ਵੋਟਰਾਂ ਨੂੰ ਅਸੀਂ ਹਮੇਸ਼ਾ ਇਹੀ ਅਪੀਲ ਕਰਦੇ ਹਾਂ, ਸਾਰੇ ਇਹੀ ਅਪੀਲ ਕਰਨਾ ਚਾਹੁੰਦੇ ਕਿ ਕਿਸੇ ਨੂੰ ਸਪੋਰਟ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਬਟ ਕਿਸੇ ਨੂੰ ਸਪੋਰਟ ਕਰਕੇ ਉਹ ਆਪਣੀ ਨਿੱਜੀ ਦੁਸ਼ਮਣੀਆਂ ਕਵਰ ਕਾਇਮ ਕਰ ਲੈਂਦੇ ਨੇ। ਮੈਂ ਸਮਝਦਾ ਇੱਕ ਮੰਦਭਾਗੀ ਗੱਲ ਹੈ। ਇਹਨਾਂ ਚੀਜ਼ਾਂ ਦੇ ਵਿੱਚ ਹੋਰ ਸਖਤੀ ਹੋਣੀ ਚਾਹੀਦੀ ਹੈ। ਜੇ ਅਸੀਂ ਗੱਲ ਕਰੀਏ ਸਿੱਧੂ ਸਾਹਿਬ ਦੀ, ਸਿੱਧੂ ਸਾਹਿਬ ਦਾ ਵੀ ਜਿਹੜਾ ਮਜੀਠੀਆ ਸਾਹਿਬ ਦਾ ਵੀ ਉੱਥੇ ਮੁਕਾਬਲਾ ਬੜਾ ਜ਼ੋਰਾਂ ਤੇ ਚੱਲ ਰਿਹਾ ਹੈ। ਸੁਣਨ ਚ ਆ ਰਿਹਾ ਵੀ ਹੁਣ ਤਾਂ ਇੱਕ ਦੂਸਰੇ ਨੂੰ ਸਤਿ ਸ਼੍ਰੀ ਅਕਾਲ ਵੀ ਇਹਨਾਂ ਨੇ ਕਰਨੀ ਸ਼ੁਰੂ ਕਰਤੀ ਹੈ, ਤੇ ਪਹਿਲਾਂ ਤਾਂ ਬਹੁਤ ਆਪਸ ਵਿੱਚ ਝਗੜਾ ਜਿਹਾ ਮਹਿਸੂਸ ਕਰ ਰਹੇ ਸੀ। ਕੀ ਕਹਿਣਾ ਚਾਹੁੰਦੇ ਹੋ ਹੁਣ ਦੋਨਾਂ ਦੇ ਵਿੱਚ ਕੌਣ ਜਿੱਤੂ? ਦੇਖੋ, ਨਵਜੋਤ ਸਿੰਘ ਸਿੱਧੂ ਇੱਕ ਨੈਸ਼ਨਲੀ ਇੰਟਰਨੈਸ਼ਨਲ ਪਰਸਨੈਲਿਟੀ ਹੈ, ਐਂਡ ਸ਼ਾਇਦ ਮੈਂ ਸਮਝਦਾ ਵਾਂ ਕਿ ਇਲੈਕਸ਼ਨਾਂ 20 ਫਰਵਰੀ ਤੋਂ ਪਹਿਲਾਂ ਤਾਂ ਹੀ ਸ਼ਾਇਦ ਸਭ ਤੋਂ ਹੌਟ ਸੀਟ ਜਾਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਇਹੀ ਸੀਟ ਅੰਮ੍ਰਿਤਸਰ ਈਸਟ ਰਹੀ ਹੈ।
ਜਿੱਥੋਂ ਤੱਕ ਮੁਕਾਬਲੇ ਦੀ ਆਪਾਂ ਗੱਲ ਕਰੀਏ ਤਾਂ ਮੇਨ ਟੱਕਰ ਜਿਹੜੀ ਹੈਗੀ ਹੈ ਉਹ ਕਾਂਗਰਸ ਤੇ ਅਕਾਲੀਆਂ ਦੀ ਹੈ। ਪਰ ਜਿੱਥੋਂ ਤੱਕ ਮੇਰਾ ਨਿੱਜੀ ਅਨੁਭਵ ਹੈ ਤੇ ਮੇਰੇ ਜਿਹੜੇ ਸੂਤਰ ਹੈ ਉਸ ਹਿਸਾਬ ਨਾਲ ਆਮ ਆਦਮੀ ਪਾਰਟੀ ਦੀ ਜੀਵਨ ਜੋਤ ਜੇ ਕਿਤੇ ਉਹ ਦੋ ਝੋਟਿਆਂ ਦੇ ਵਿੱਚ ਬਾਜੀ ਮਾਰ ਜਾਵੇ ਤਾਂ ਕੋਈ ਬਹੁਤ ਵੱਡੇ ਅਚੰਭੇ ਦੀ ਗੱਲ ਨਹੀਂ ਹੋਏਗੀ। ਨਹੀਂ, ਜੇ ਅਸੀਂ ਗੱਲ ਕਰੀਏ ਮਜੀਠੀਆ ਸਾਹਿਬ ਦਾ ਵੀ ਕੋਈ ਨਾ ਕੋਈ ਬਿਆਨ ਹੈ, ਸੂਤਰਾਂ ਤੋਂ ਪਤਾ ਲੱਗਾ, ਉਹ ਕਹਿੰਦੇ ਅਗਰ ਅਸੀਂ ਅੱਛੀਆਂ ਸੀਟਾਂ ਲੈ ਜਾਂਦੇ ਤੇ ਅਸੀਂ ਬੀਜੇਪੀ ਨਾਲ ਗਠਬੰਧਨ ਕਰਾਂਗੇ। ਦੇਖੋ, ਰਾਜਨੀਤੀ ਦਾ ਮਤਲਬ ਕੀ ਹੈ? ਅਫਸਰ ਦਾ ਫਾਇਦਾ। ਐਂਡ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਹੁੰਦੀਆਂ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਉਹ ਅਕਾਲੀ ਦਲ ਹੈ ਤੇ ਚਾਹੇ ਬੀਜੇਪੀ ਹੈ, ਇਹ ਸਾਰੇ ਰਾਜਨੀਤੀ ਦੇ ਵਿੱਚ ਅਫਸਰ ਲੱਭਦੇ ਨੇ ਤੇ ਜਦੋਂ ਉਹਨਾਂ ਨੂੰ ਅਫਸਰ ਮਿਲਦਾ ਹੈ ਤਾਂ ਉਸ ਚੀਜ਼ ਨੂੰ ਗ੍ਰੈਬ ਕਰਦੇ ਨੇ, ਉਸ ਚੀਜ਼ ਨੂੰ ਫੜ ਲੈਂਦੇ ਨੇ। ਐਂਡ ਇਸ ਚੀਜ਼ ਦੀ ਸੰਭਾਵਨਾ ਤੋਂ ਇਲੈਕਸ਼ਨਾਂ ਤੋਂ ਗੱਠਜੋੜ ਤੋਂ ਪਹਿਲਾਂ ਵੀ ਤੇ ਗੱਠਜੋੜ ਤੋਂ ਬਾਅਦ ਵੀ ਇਸ ਚੀਜ਼ ਦੀ ਸੰਭਾਵਨਾ ਨੂੰ ਅਸੀਂ ਕਦੀ ਵੀ ਇਨਕਾਰ ਨਹੀਂ ਕਰ ਸਕਦੇ। ਜੇ ਅਸੀਂ ਗੱਲ ਕਰੀਏ ਡਿਵੈਲਪਮੈਂਟ ਦੀ, ਤੁਹਾਨੂੰ ਲੱਗਦਾ ਕਿ ਕਾਂਗਰਸ ਦੇ ਇੰਨਾ ਟਾਈਮ ਪੂਰਾ ਉਹਨਾਂ ਨੇ ਚਲਾਈ ਹੈ, ਕਾਂਗਰਸ ਦੇ ਡਿਵੈਲਪਮੈਂਟ ਦੇ ਵਿੱਚ ਕੋਈ ਕੰਮ ਹੋਏ? ਕੀ ਸਮਝਦੇ ਹੋ ਤੁਸੀਂ? ਦੇਖੋ, 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਜੋ ਕਮਿਟਮੈਂਟ ਸੀਗੀ, ਉਸ ਕਮਿਟਮੈਂਟ ਨੇ ਇੱਕ ਹਨੇਰੀ ਲੈ ਕੇ ਆਉਂਦੀ ਸੀ ਕਾਂਗਰਸ ਦੀ। ਸ਼ਾਇਦ ਉਹ ਆਮ ਆਦਮੀ ਪਾਰਟੀ ਦੀ ਹਵਾ ਨੂੰ ਹੀ ਓਵਰਟੇਕ ਕਰ ਗਈ ਸੀ। ਪਰ ਜਿੱਥੋਂ ਤੱਕ ਲੋਕਾਂ ਦਾ ਵਿਚਾਰ ਹੈ, ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਗੱਲ ਕਹੀ ਹੈ ਕਿ ਜੇ ਕਿਤੇ 2022 ਕੈਪਟਨ ਅਮਰਿੰਦਰ ਸਿੰਘ ਦੀ ਸੁਪਰਵਿਜ਼ਨ ਅੰਡਰ ਜੇ ਕਾਂਗਰਸ ਇਲੈਕਸ਼ਨਾਂ ਲੜਦੀ ਤਾਂ ਸ਼ਾਇਦ ਤੀਜੇ ਨੰਬਰ ਤੇ ਹੁੰਦੀ। ਉਹਦਾ ਬਹੁਤ ਵੱਡਾ ਕਾਰਨ ਹੈ ਕਿ ਜਿਹੜੀਆਂ ਕਮਿਟਮੈਂਟਸ ਕੀਤੀਆਂ ਗਈਆਂ ਉਹ ਸ਼ਾਇਦ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਰੋਸ ਹੈ, ਚਾਹੇ ਉਹ ਸਮਾਰਟਫੋਨਸ ਨੂੰ ਲੈ ਕੇ ਹੈ, ਚਾਹੇ ਉਹ ਇਨਫਰਾਸਟ੍ਰਕਚਰ ਨੂੰ ਲੈ ਕੇ ਹੈ, ਚਾਹੇ ਉਹ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਹੈ। ਸ਼ਾਇਦ ਜੇ ਉਹ ਚੀਜ਼ਾਂ ਦੇ ਵਿੱਚ ਕੁਝ ਚੀਜ਼ਾਂ ਵੀ ਪੂਰੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਕਾਂਗਰਸ ਦੀ ਪੋਜੀਸ਼ਨ ਕਿਤੇ ਬਹੁਤ ਜ਼ਿਆਦਾ ਵਧੀਆ ਹੁੰਦੀ। ਨਹੀਂ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਚੰਨੀ ਸਾਹਿਬ ਨੇ ਵੋਟਾਂ ਤੋਂ 2 ਦਿਨ ਪਹਿਲਾਂ ਥੋੜਾ ਜਿਹਾ ਯੂਪੀ ਦੇ ਭਈਆਂ ਬਾਰੇ ਕੁਝ ਬੋਲਿਆ, ਕੀ ਨੁਕਸਾਨ ਹੋਇਆ ਉਹ ਕਾਂਗਰਸ ਦਾ? ਦੇਖੋ, ਇਹਦੇ 'ਚ ਕੋਈ ਕਿੰਤੂ ਵਾਲੀ ਗੱਲ ਨਹੀਂ ਹੈ। ਜਦੋਂ ਤੁਸੀਂ ਮਾਈਕ ਤੇ ਕਿਸੇ ਸੋਸ਼ਲ ਮੀਡੀਆ ਜਾਂ ਨੈਸ਼ਨਲ ਟੀਵੀ ਦੇ ਉੱਤੇ ਬੈਠੇ ਹੁੰਦੇ ਹੋ, ਤੁਹਾਡੇ ਸ਼ਬਦਾਂ ਦਾ ਕੰਟਰੋਲ ਹੀ ਤੁਹਾਨੂੰ ਲੀਡਰ ਬਣਾਉਂਦਾ। ਤੇ ਜਦੋਂ ਇਦਾਂ ਦੇ ਕੋਈ ਮੰਦਭਾਗਾ ਸ਼ਬਦ ਕਿਹਾ ਜਾਂਦਾ, ਮੂੰਹ ਚੋਂ ਨਿਕਲ ਜਾਂਦਾ, ਇਹਦੇ ਬਹੁਤ ਦੂਰਗਾਮੀ ਇਹਦੇ ਪ੍ਰਭਾਵ ਪੈਂਦੇ ਨੇ। ਸ਼ਾਇਦ 2 ਦਿਨ ਪਹਿਲਾਂ ਇਹ ਚੀਜ਼ ਕਹੀ ਗਈ ਹੈ ਤਾਂ ਉਸ ਢੰਗ ਨਾਲ ਇਸ ਮੁੱਦੇ ਨੂੰ ਚੱਕਿਆ ਨਹੀਂ ਜਾ ਸਕਿਆ। ਪਰ ਮੈਂ ਸਮਝਦਾ ਇਹਦੇ ਕੋਈ ਨਾ ਕੋਈ ਪ੍ਰਭਾਵ ਕਾਂਗਰਸ ਵਾਸਤੇ ਨਕਾਰਾਤਮਕ ਰੂਪ ਦੇ ਰੂਪ 'ਚ ਜ਼ਰੂਰ ਆਉਣਗੇ। ਕੀ ਲੱਗਦਾ, ਜੇ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਵੀ ਸੁਣਨ ਚਾਹ ਰਿਹਾ, ਕਿਸੇ ਕੋ ਸਰਵੇ ਕਰਦੇ ਆ ਤਾਂ ਕੋਈ ਸੂਤਰ ਦੱਸਦੇ ਸੀ ਬੀਜੇਪੀ ਆਪਣੀ ਸਰਕਾਰ ਬਣਾ ਕੇ ਰਹੇਗੀ ਹਰ ਹਾਲਤ ਦੇ ਵਿੱਚ? ਬਹੁਤ ਅੱਛੀ ਵੋਟਿੰਗ ਹੋਈ ਹੈ, ਲੋਕਾਂ ਸੂਤਰਾਂ ਦਾ ਕਹਿਣਾ ਚਾਹੁੰਦੇ ਵੀ ਬੀਜੇਪੀ ਜਿਸ ਤਰ੍ਹਾਂ ਵੀ ਆਪਣੀ ਸਰਕਾਰ ਬਣਾਏਗੀ ਬਾਏ ਹੁੱਕ ਬਾਏ ਕਰੂਕ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ, ਜਦੋਂ ਵੋਟਿੰਗ ਹੁੰਦੀ ਹੈ, ਵੋਟਿੰਗ ਤੋਂ ਪਹਿਲਾਂ ਜਦ ਤੱਕ ਨਤੀਜੇ ਨਹੀਂ ਆਉਂਦੇ, ਮਤਲਬ 10 ਮਾਰਚ ਤੋਂ ਪਹਿਲਾਂ ਤੱਕ ਜਿਹੜੀ ਵੀ ਪਾਰਟੀ ਹੁੰਦੀ ਹੈ ਉਹ ਆਪਣਾ ਦਮ ਭਰਦੀ ਹੈ ਕਿ ਹਾਂਜੀ ਜੀ ਅਸੀਂ ਆਪਣੇ ਦਮ ਤੇ ਇਲੈਕਸ਼ਨ ਆਵਾਂਗੇ, ਅਸੀਂ ਆਪਣੇ ਦਮ ਤੇ ਸਰਕਾਰ ਬਣਾਵਾਂਗੇ। ਐਂਡ ਸਭ ਦਾ ਰਾਈਟ ਹੈ, ਕਹਿਣਾ ਸਭ ਦਾ ਰਾਈਟ ਹੈ। ਬਾਕੀ ਤਾਂ ਚੀਜ਼ਾਂ 10 ਮਾਰਚ ਨੂੰ ਹੀ ਦੱਸਣਗੀਆਂ। ਪਰ ਜਿੱਥੋਂ ਤੱਕ ਤੁਸੀਂ ਬੀਜੇਪੀ ਦੀ ਆਪਣੇ ਦਮ ਦੀ ਗੱਲ ਕੀਤੀ ਹੈ, ਮੈਨੂੰ ਉਦੋਂ ਉਹਦੀ ਸੰਭਾਵਨਾ ਥੋੜੀ ਘੱਟ ਲੱਗਦੀ। ਕਿਹਦੀ ਸਰਕਾਰ ਲੱਗਦੀ ਤੁਹਾਨੂੰ? ਦੇਖੋ, ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈ ਕਿ ਪੰਡਤ ਜੀ ਤੋਂ ਨਹੀਂ, ਪੰਡਤ ਜੀ ਨੂੰ ਫਿਰ ਵੀ ਜੇ ਅਸੀਂ ਬੈਠੇ ਹਾਂ ਡਿਸਕਸ਼ਨ ਕਰ ਰਹੇ ਹਾਂ, ਕੁਝ ਨਾ ਕੁਝ ਸ਼ੇਅਰ ਤਾਂ ਆਈਡੀਆ ਤਾਂ ਲੱਗਦਾ ਵੋਟਿੰਗ ਦੇ ਥਰੂ। ਤੁਹਾਨੂੰ ਕੀ ਲੱਗਦਾ ਬੂਥਾਂ ਤੇ ਕਿਹਦੇ ਰਸ਼ ਸੀ ਜ਼ਿਆਦਾ? ਦੇਖੋ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਸ ਵਾਰੀ ਜਿਹੜਾ ਵੋਟਰ ਹੈ, ਹੁਣ ਵੋਟਰ ਬਹੁਤ ਸਿਆਣਾ ਹੋ ਗਿਆ। ਬੂਥ ਤੇ ਕਿਸੇ ਹੁੰਦਾ ਹੈ, ਰੈਲੀ 'ਚ ਕਿਸੇ ਦੇ ਨਾਲ ਹੁੰਦਾ ਹੈ ਤੇ ਵੋਟ ਕਿਸੇ ਨੂੰ ਪਾ ਕੇ ਆਉਂਦਾ। ਲੇਕਿਨ ਯੂਥ ਵੀ ਅੱਜ ਕੱਲ੍ਹ ਕਾਫੀ ਵੋਟਿੰਗ ਦੇ ਵਿੱਚ ਇੰਟਰਸਟਡ ਰਿਹਾ, ਕਾਫੀ ਹੱਦ ਤੱਕ ਅੱਗੇ ਆ ਕੇ ਆਇਆ ਜਿਹਨੇ ਟਾਈਮ ਕੱਢੇ। ਜਿੱਥੋਂ ਤੱਕ ਤੁਸੀਂ ਯੂਥ ਦੀ ਗੱਲ ਕੀਤੀ ਹੈ, ਮੈਂ ਸਮਝਦਾ ਯੂਥ ਇੱਕ ਬਹੁਤ ਵੱਡਾ ਬਦਲਾਅ ਚਾਹੁੰਦਾ ਹੈ ਤੇ ਬਦਲਾਅ ਦੇ ਵਿੱਚ ਅੱਜ ਤੀਜੀ ਆਪਸ਼ਨ ਇੱਕ ਹੀ ਆਉਂਦੀ ਹੈ, ਦੈਟ ਇਜ਼ ਆਮ ਆਦਮੀ ਪਾਰਟੀ। ਪਰ ਇਹ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੀ ਹੈ, ਲੇਕਿਨ ਜੋ ਹਲੇ ਤੱਕ ਦਾ ਐਨਾਲਾਈਜ਼ ਆਇਆ, ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਇੱਕ ਵੱਡੀ ਪਾਰਟੀ ਦੇ ਰੂਪ 'ਚ, ਇੱਕ ਵੱਡੀ ਧਿਰ ਦੇ ਰੂਪ 'ਚ ਉੱਭਰ ਕੇ ਸਾਹਮਣੇ ਆ ਰਹੀ ਹੈ। ਬਾਕੀ ਤਾਂ 10 ਮਾਰਚ ਨੂੰ ਪਤਾ ਚੱਲੇਗਾ ਕਿ ਹਾਂ ਸਰਕਾਰ ਕਿਹਦੀ ਬਣਦੀ। ਤੁਹਾਨੂੰ ਲੱਗਦਾ ਹੈ ਕਿ ਕੁਝ ਜਿਹੜੇ ਵੱਡੇ ਨੇਤੇ ਸੀਗੇ ਜਿਹੜੇ ਰੈਗੂਲਰ ਜਿੱਤ ਰਹੇ ਸੀ, ਲੱਗਦਾ ਕਿ ਐਤਕੀ ਕੁਝ ਹਾਰ ਜਾਣਗੇ? ਦੇਖੋ, ਇਸ ਵਾਰੀ ਬੜਾ ਉਲਟਫੇਰ ਹੋਣ ਦੀ ਉਮੀਦ ਹੈ, ਬਹੁਤ ਵੱਡੇ ਉਲਟਫੇਰ ਜਿਹੜੇ ਅਸੀਂ ਸੋਚੇ ਵੀ ਨਹੀਂ। ਜੇ ਅਸੀਂ ਗੱਲ ਕਰੀਏ ਹੁਣ ਧੂਰੀ ਸੀਟ ਤੋਂ ਆਮ ਆਦਮੀ ਪਾਰਟੀ ਤੋਂ, ਜਿੱਥੋਂ ਭਗਵੰਤ ਮਾਨ ਜੀ ਚੋਣ ਲੜ ਰਹੇ ਨੇ, ਕੀ ਕਹੋਗੇ? ਕਹਿ ਰਹੇ ਸੋ ਕਿੰਨੀ ਕੁ ਲੀਡ ਨਾਲ ਜਿੱਤਣਗੇ? ਦੇਖੋ,
ਸਭ ਤੋਂ ਹੋਰ ਸੀਟਾਂ ਦੇ ਵਿੱਚੋਂ ਜਿਹੜੀ ਸੀਟ ਆਉਂਦੀ ਹੈ ਉਹ ਧੂਰੀ ਸੀਟ ਆਉਂਦੀ ਹੈ, ਬਿਕੋਜ਼ ਆਮ ਆਦਮੀ ਪਾਰਟੀ ਜਿਹੜੀ ਇਸ ਟਾਈਮ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉੱਭਰ ਕੇ ਆ ਗਈ ਹੈ। ਉਹਨਾਂ ਦੇ ਸੀਐਮ ਦੇ ਕੈਂਡੀਡੇਟ ਨੇ ਭਗਵੰਤ ਸਿੰਘ ਮਾਨ। ਲੋਕਾਂ ਵੱਲੋਂ ਬਹੁਤ ਹੁਲਾਰਾ ਮਿਲ ਰਿਹਾ, ਇਹਦੇ 'ਚ ਕੋਈ ਕਿੰਤੂ ਵਾਲੀ ਗੱਲ ਨਹੀਂ ਹੈ। ਪਰ ਜੇ ਅਸੀਂ ਉਹਨਾਂ ਦੇ ਸਾਹਮਣੇ ਕਾਂਗਰਸ ਦੇ ਕੈਂਡੀਡੇਟ ਦੀ ਗੱਲ ਕਰੀਏ, ਜੇ ਉਹਨਾਂ ਦੇ ਸਾਹਮਣੇ ਅਸੀਂ ਕਾਂਗਰਸ ਦੇ ਕੈਂਡੀਡੇਟ ਦੀ ਗੱਲ ਕਰੀਏ, ਤਾਂ ਗੋਲਡੀ ਜੀ ਜਿਹੜੇ ਪਿਛਲੀ ਵਾਰ ਇਸ ਵਾਰ ਦੇ, ਮੇਰੇ ਕਹਿਣ ਦਾ ਮਤਲਬ ਮੌਜੂਦਾ ਵਿਧਾਇਕ ਨੇ, ਉਹਨਾਂ ਨੂੰ ਵੀ ਅਸੀਂ ਘੱਟ ਨਹੀਂ ਆਖ ਸਕਦੇ। ਇਹ ਭਦੌੜ ਬਾਰੇ ਕੀ ਕਹਿਣਾ ਚਾਹੋਗੇ? ਭਦੌੜ ਸੀਟ ਤੋਂ ਦੇਖੋ, ਭਦੌੜ ਸੀਟ ਦੇ ਵਿੱਚ ਮੈਂ ਇੱਕ ਸਮਝਦਾ ਵਾਂ, ਜਿਹੜੀ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਹੀ ਗਰਾਊਂਡ ਲੈਵਲ ਦੇ ਸਰਦਾਰ ਲਾਭ ਸਿੰਘ ਉਗੂਕੇ ਜਿਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਮੈਨੂੰ ਲੱਗਦਾ ਹੈ ਇਸ ਵਾਰੀ ਕਿ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ। ਤੇ ਜਿਹੜੀ ਕੱਲ ਦੀ ਜਿਹੜਾ ਇੱਕ ਕਾਂਗਰਸ ਦੇ ਕੁਝ ਕਰਿੰਦਿਆਂ ਵੱਲੋਂ ਜਿਹੜਾ ਉਹਨਾਂ ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਮੈਨੂੰ ਲੱਗਦਾ ਹੈ ਇਹ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਇਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਲੱਗ ਰਹੀ ਮੈਨੂੰ ਕਿ ਜੇ ਕਿਤੇ ਸਾਡੇ ਮੁੱਖ ਮੰਤਰੀ ਸਾਹਿਬ ਉੱਥੋਂ ਹਾਰ ਜਾਣ ਤਾਂ ਇੱਕ ਬਹੁਤ ਵੱਡੀ ਅਚਰਜ ਨਹੀਂ ਹੋਏਗਾ। ਇਹ ਦੇਖੋ ਜੀ, ਮੁੱਖ ਮੰਤਰੀ ਦਾ ਹਾਰਨਾ ਤਾਂ ਬੜੀ ਵੱਡੀ ਗੱਲ ਆ, ਬਹੁਤ ਵੱਡੀ ਪ੍ਰਸਿੱਧੀ, ਉਹਨਾਂ ਨੇ ਬਹੁਤ ਕੰਮ ਵੀ ਕੀਤੇ ਆ, ਲੋਕ ਵੀ ਨਾਲ ਨੇ, ਅਸੀਂ ਗੱਲ ਬਾਕੀ ਸਮੀਕਰਨ ਨਹੀਂ ਦੱਸਣਗੇ 10 ਤਰੀਕ ਨੂੰ ਕੀ ਹੁੰਦਾ। ਫਿਰ ਵੀ ਜੇ ਅਸੀਂ ਗੱਲ ਕਰੀਏ, ਹੌਟ ਸੀਟ ਤਾਂ ਹੈ ਹੀ ਹੈ, ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵੀਆਈਪੀ ਸੀਟਾਂ ਹੈਗੀਆਂ, ਜਿੱਦਾਂ ਜਲਾਲਾਬਾਦ ਦੀ ਹੈ, ਪਟਿਆਲਾ ਦੀ ਹੈ। ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ? ਦੇਖੋ, ਪਟਿਆਲਾ ਦੀ ਸੀਟ ਇਸ ਵਾਰੀ ਕੈਪਟਨ ਅਮਰਿੰਦਰ ਸਿੰਘ ਕਰਕੇ ਹਮੇਸ਼ਾ ਤੋਂ ਹੀ ਹੋਟ ਰਹੀ ਹੈ, ਪਰ ਜਿੰਨੀ ਵਾਰ ਵੀ ਕੈਪਟਨ ਅਮਰਿੰਦਰ ਸਿੰਘ ਉੱਥੋਂ ਜਿੱਤੇ ਹੈ, ਉਹ ਹਮੇਸ਼ਾ ਕਿਸੇ ਨਾ ਕਿਸੇ ਪਾਰਟੀ ਦੇ ਸਿੰਬਲ ਤੋਂ ਜਿੱਤੇ ਨੇ। ਪਰ ਇਸ ਵਾਰੀ ਕਿਉਂਕਿ ਕਾਂਗਰਸ ਦੇ ਉਹ ਨਾ ਪ੍ਰਧਾਨ ਨੇ ਨਾ ਮੁੱਖ ਮੰਤਰੀ ਨੇ, ਉਹਨਾਂ ਦੀ ਆਪਣੀ ਇੱਕ ਨਵੀਂ ਪਾਰਟੀ ਹੈ ਜਿਹਦਾ ਕੈਡਰ ਹਜੇ ਬਹੁਤ ਛੋਟਾ ਹੈ। ਸੋ ਜੇ ਲੋਕ ਉਹਨਾਂ ਦੀ ਪੁਰਾਣੀ ਕ੍ਰੈਡੀਬਿਲਿਟੀ, ਜੇ ਉਹਨਾਂ ਦਾ ਪੁਰਾਣਾ ਰਸੂਖ ਦੇਖ ਕੇ ਉਹਨਾਂ ਨੂੰ ਵੋਟ ਪਾ ਕੇ ਉਹਨਾਂ ਨੂੰ ਜਿਤਾ ਦੇਣ ਤਾਂ ਹੋ ਸਕਦਾ ਹੈ। ਅਦਰਵਾਈਜ਼ ਮੈਨੂੰ ਜਿੱਥੋਂ ਤੱਕ ਮੇਰੇ ਸੂਤਰ ਕਹਿੰਦੇ ਨੇ, ਕੈਪਟਨ ਅਮਰਿੰਦਰ ਸਿੰਘ ਦੀ ਇਸ ਵਾਰੀ ਕੋਈ ਬਹੁਤ ਵੱਡੀ ਲਹਿਰ ਪਟਿਆਲੇ 'ਚ ਨਹੀਂ ਨਜ਼ਰ ਆ ਰਹੀ। ਕੈਪਟਨ ਸਾਹਿਬ ਵੀ ਕਹਿੰਦੇ ਵੀ ਬੀਜੇਪੀ ਨੇ ਵੀ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ, ਉਹਨਾਂ ਨਾਲ ਜੋੜਿਆ ਹੈ, ਉਹਨਾਂ ਨੂੰ ਵੀ ਬਹੁਤ ਕੌਨਫੀਡੈਂਸ ਹੈ ਕਿ ਕਦੀ ਹਾਰੇ ਨਹੀਂ ਪਟਿਆਲੇ ਤੋਂ, ਜਾਂ ਕਾਫੀ ਵੱਧ ਲੀਡ ਤੋਂ ਜਿੱਤੇ ਰਹਿੰਦੇ ਨੇ। ਐਤਕੀ ਤਾਂ ਉਹਨਾਂ ਨੂੰ ਬਹੁਤ ਸਾਰੀਆਂ 3-4 ਪਾਰਟੀਆਂ ਦਾ ਵੀ ਸਮਰਥਨ ਹੈਗਾ ਨਾਲ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਬੀਜੇਪੀ ਦਾ ਆਪਣਾ ਕੈਡਰ ਹੈ, ਜੇ ਪੂਰੇ ਪੰਜਾਬ ਦੇ ਵਿੱਚ 10 ਤੋਂ 15% ਜੋ ਅੱਜ ਤੱਕ ਹੁਣ ਤੱਕ ਰਿਹਾ ਉਹਨਾਂ ਦਾ ਕੈਡਰ 10 ਤੋਂ 15%, ਪਰ ਉਸ ਦੀ ਕੈਲਕੂਲੇਸ਼ਨ ਵੀ ਜੇ ਤੁਸੀਂ ਕਰਕੇ ਦੇਖੋ, ਜੇ ਪੂਰਾ ਜੋੜ ਲਾ ਕੇ ਦੇਖ ਲਓ, ਤਾਂ ਹਲੇ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਪੂਰਨ ਜਿੱਤ ਦਾ ਉਮੀਦਵਾਰ ਨਹੀਂ ਦੱਸਦਾ। ਨਾਲ ਇੱਕ ਸਭ ਨਾਲ ਵੱਡੀ ਜਿਹੜੀ ਸੀਟ ਅਸੀਂ ਕਹਿ ਦਿੰਦੇ ਹਾਂ ਅਕਾਲੀ ਦਲ ਵਾਸਤੇ, ਲੰਬੀ ਦੀ ਸੀਟ ਹੈ, ਲੰਬੀ ਤੋਂ ਬਾਦਲ ਸਾਹਿਬ ਲੜ ਰਹੇ ਨੇ। ਕੀ ਕਹਿਣਾ ਚਾਹੋਗੇ ਬਾਦਲ ਸਾਹਿਬ? ਦੇਖੋ, 5 ਵਾਰ ਦੇ ਮੁੱਖ ਮੰਤਰੀ ਤੇ ਰਾਜਨੀਤੀ ਦੇ ਬਾਬਾ ਬੋਹੜ ਕਹਿਣ ਵਾਲੇ ਸਾਡੇ ਬਹੁਤ ਹੀ ਰਿਸਪੈਕਟੇਬਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਪਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮਾਲਵੇ ਦੇ ਵਿੱਚ, ਖਾਸ ਕਰਕੇ ਮਾਲਵੇ ਦੀ ਗੱਲ ਕਰਦਾ ਜਿੱਥੋਂ 69 ਸੀਟਾਂ ਹੁੰਦੀਆਂ ਨੇ, ਇਸ ਵਾਰੀ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜਾ ਹਵਾ ਹੈ ਉਹ ਬਹੁਤ ਤੇਜ਼ ਹੈ। ਜਿੱਥੋਂ ਤੱਕ ਆਪਾਂ ਅਸੀਂ ਲੰਬੀ ਦੀ ਗੱਲ ਕਰੀਏ, ਸ਼ਾਇਦ ਲੋਕਾਂ ਦੇ ਮਨ 'ਚ ਇਹ ਵੀ ਹੋ ਸਕਦਾ ਹੈ ਕਿ ਇੱਕ ਉਮਰ ਦਰਾਜ ਸਾਡੇ ਐਮਐਲਏ ਦੇ ਰੂਪ ਦੇ ਵਿੱਚ ਕਿਵੇਂ ਸਾਡੇ ਏਰੀਏ ਨੂੰ, ਉਹਨੂੰ ਕਿਸ ਤਰੀਕੇ ਨਾਲ ਉਹ ਡਿਵੈਲਪ ਕਰਨਗੇ। ਇੱਕ ਜਿਹੜੀ ਉਹਨਾਂ ਦੀ ਉਮਰ ਹੈ, ਉਹ ਇੱਕ ਬਹੁਤ ਵੱਡਾ ਇੱਕ ਫੈਕਟਰ ਹੈ ਜਿਹੜੀ ਉਹਨਾਂ ਦੀ ਜਿੱਤ ਤੇ ਹਾਰ ਦੇ ਵਿੱਚ ਇੱਕ ਰੋੜਾ ਬਣ ਸਕਦੀ ਹੈ। ਦੂਜੀ ਆਮ ਆਦਮੀ ਪਾਰਟੀ ਜਿਹੜੀ ਹਵਾ ਹੈ, ਮੈਨੂੰ ਲੱਗਦਾ ਹੈ ਕਿ ਉਹ ਇਸ ਵਾਰੀ ਬੜੇ ਨਵੇਂ ਮਤਲਬ ਕਿ ਗੱਲਾਂ ਕਰਕੇ ਆ ਸਕਦੀ ਹੈ ਪੂਰੇ। ਨਹੀਂ, ਮੇਨ ਤਾਂ ਕੰਮ ਤਾਂ ਡਿਵੈਲਪਮੈਂਟ ਹੋਣਾ, ਇਸ ਨਾਲ ਦੀ ਆਪਾਂ ਕਹਿ ਸਕਦੇ। ਦੇਖੋ, ਇਹਦੇ 'ਚ ਕੋਈ ਕਿੰਤੂ ਵਾਲੀ ਗੱਲ ਨਹੀਂ ਹੈ ਕਿ ਪਿਛਲੇ ਲਗਾਤਾਰ 5 ਵਾਰ ਤੋਂ ਪ੍ਰਕਾਸ਼ ਸਿੰਘ ਬਾਦਲ ਉੱਥੋਂ ਜਿੱਤਦੇ ਆ ਰਹੇ ਨੇ, ਪਰ ਥੋੜਾ ਜਿਹਾ ਇਸ ਵਾਰੀ ਮੈਨੂੰ ਲੱਗਦਾ ਹੈ ਕਿ ਕੋਈ ਵੀ ਚੀਜ਼ ਡਾਵਾਡੋਲ ਹੋ ਸਕਦੀ ਹੈ। ਤੁਹਾਡੇ ਕਹਿਣ ਦਾ ਮਕਸਦ ਹੈ ਜੇ ਅਸੀਂ ਗੱਲ ਕਰੀਏ, ਨਤੀਜੇ ਐਤਕੀ ਬਹੁਤ ਸੈਂਸਿਟਿਵ ਨੇ, ਸਰਕਾਰ ਜਿਹੜੀ ਹੈ ਮਤਲਬ ਕਿ ਕਲੀਅਰ ਨਹੀਂ ਹੋ ਪਾ ਰਹੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹਦੇ 'ਚ ਕੋਈ ਕਿੰਤੂ ਵਾਲੀ ਗੱਲ ਨਹੀਂ ਕਿ ਹੈਰਾਨੀਜਨਕ ਇਸ ਵਾਰੀ ਨਤੀਜੇ ਆਉਣ ਦੀ ਉਮੀਦ ਹੈ। ਜਿਹੜੀਆਂ ਅਸੀਂ ਸੋਚੀ ਨਹੀਂ ਹੋਣਗੇ, ਐਡੇ ਵੱਡੀਆਂ ਸੀਟਾਂ ਦੀ ਜਿੱਤ ਤੇ ਹਾਰ ਦੇ ਵਿੱਚ ਜਿਹੜਾ ਇਸ ਵਾਰੀ ਜਿਹੜੀ ਚੇਂਜ ਆਉਣੀ ਹੈ ਨਾ, ਉਹ ਸ਼ਾਇਦ ਇਹ ਬਦਲਾਵ ਦਾ ਇੱਕ ਵੱਡਾ ਕਾਰਨ ਹੋਏਗੀ।
ਚਮਕੌਰ ਸਾਹਿਬ ਦੀ ਸੀਟ ਹੈ ਜਿਹੜੀ, ਉਹ ਵੀ ਬਹੁਤ ਹੌਟ ਸੀਟ ਹੈਗੀ ਹੈ। ਕੀ ਲੱਗਦਾ ਤੁਹਾਨੂੰ ਉੱਥੋਂ ਕਿਸ ਤਰ੍ਹਾਂ ਦੀ ਲੀਡ ਰਹੇਗੀ? ਦੇਖੋ, ਚਮਕੌਰ ਸਾਹਿਬ ਤੋਂ ਸਾਡੇ ਮੁੱਖ ਮੰਤਰੀ ਸਾਹਿਬ ਪਿਛਲੇ 3 ਵਾਰ ਤੋਂ ਲਗਾਤਾਰ ਜਿੱਤੇ ਜਾ ਰਹੇ ਨੇ। ਦੇਖੋ, ਜਿੱਤ ਬੰਦੇ ਨੂੰ ਉਦੋਂ ਹੀ ਮਿਲਦੀ ਹੁੰਦੀ ਹੈ ਜਦੋਂ ਉਹਨੇ ਕੁਝ ਆਪਣੇ ਏਰੀਏ ਵਾਸਤੇ ਕੋਈ ਨਾ ਕੋਈ ਡਿਵੈਲਪਮੈਂਟ ਕੀਤੀ ਹੋਵੇ, ਲੋਕਾਂ ਦੇ ਕੰਮਾਂ ਨੂੰ ਸਵਾਰਿਆ। ਚੰਨੀ ਸਾਹਿਬ ਦਾ ਬਹੁਤ ਵੱਡਾ ਨਾਮ, ਉਹ ਕਹਿੰਦੇ ਮੈਂ ਬਹੁਤ ਘੱਟ ਸਮੇਂ 'ਚ ਬਹੁਤ ਸਾਰੇ ਕੰਮ ਕੀਤੇ। ਦੇਖੋ, ਇਹ 'ਚ ਕੋਈ ਕਿੰਤੂ ਵਾਲੀ ਗੱਲ ਨਹੀਂ ਹੈ, ਇੱਕ ਬਹੁਤ ਵੱਡਾ ਚਿਹਰਾ ਨੇ। ਤੇ ਅੱਜ ਦੀ ਤਰੀਕ ਦੇ ਵਿੱਚ ਵੀ ਜੋ ਮੇਰੇ ਅੰਦਰੂਨੀ ਸੂਤਰ ਕਹਿੰਦੇ ਨੇ ਕਿ ਅੱਜ ਦੀ ਰੇਟ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਚੰਨੀ, ਚਾਹੇ ਠੀਕ ਹੈ ਆਮ ਆਦਮੀ ਪਾਰਟੀ ਬਹੁਤ ਵਧੀਆ ਟੱਕਰ ਦੇ ਰਹੀ ਹੈ, ਕੜੇ ਮੁਕਾਬਲੇ 'ਚ ਹੈ, ਮੈਨੂੰ ਗੱਲ ਨੂੰ ਲਾਈਟਲੀ ਨਹੀਂ ਲੈਂਦਾ, ਬਟ ਜਿੱਥੋਂ ਤੱਕ ਚਮਕੌਰ ਸਾਹਿਬ ਦੀ ਮੈਂ ਹਲਕੇ ਦੀ ਗੱਲ ਕਰਾਂ, ਚੰਨੀ ਸਾਹਿਬ ਨੂੰ ਮੈਂ ਨੰਬਰ ਵੱਧ ਦਿਆਂਗਾ। ਨਹੀਂ, ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਲਾਈਫ ਸਟਾਈਲ ਪਹਿਲਾਂ ਵੀਆਈਪੀ ਸੀ, ਉਹਨੂੰ ਕਿਤੇ ਨਾ ਕਿਤੇ ਨੀਚੇ ਲੈ ਕੇ ਆਉਂਦਾ। ਆਮ ਆਦਮੀ ਪਾਰਟੀ ਉੱਪਰ ਜੇ ਅਸੀਂ ਗੱਲ ਕਰੀਏ ਸੀਐਮ ਸਾਹਿਬ ਦੀ, ਚੰਨੀ ਸਾਹਿਬ ਦੀ, ਕਾਂਗਰਸ ਦੇ ਟਾਈਮ ਕੈਪਟਨ ਅਮਰਿੰਦਰ ਸਿੰਘ ਮੈਨੂੰ ਲੱਗਦਾ ਨਹੀਂ ਵੀ ਕਿਸੇ ਆਮ ਫੰਕਸ਼ਨ ਦੇ ਵਿੱਚ ਵੀ ਕਿਤੇ ਜਾਂਦੇ ਸੀ ਕਿ ਨਹੀਂ ਜਾਂਦੇ ਸੀ। ਅਗਰ ਕਿਸੇ ਦੇ ਫੌਜੀ ਦੀ ਵੀ ਡੈਥ ਹੋਈ ਹੁੰਦੀ, ਚਲੋ ਚਲੇ ਗਏ, ਜਾਂ ਰੂਟੀਨ ਦੇ ਵਿੱਚ ਵੀ ਛੋਟੇ ਛੋਟੇ ਫੰਕਸ਼ਨਾਂ 'ਚ ਕਿਤੇ ਜਾਂਦੇ, ਲੇਕਿਨ ਚੰਨੀ ਸਾਹਿਬ ਹਰ ਜਗ੍ਹਾ ਪਹੁੰਚ ਜਾਂਦੇ ਔਰ ਬੜਾ ਆਮ ਆਦਮੀ ਬੰਦਾ ਬਣ ਕੇ ਹਰ ਜਗ੍ਹਾ ਦੇ ਘਰੇ ਬੈਠ ਕੇ ਖਾਣਾ ਵੀ ਖਾਂਦੇ ਨੇ, ਸਭ ਕੁਝ ਕਰਦੇ ਨੇ। ਤੁਹਾਨੂੰ ਲੱਗਦਾ ਨਹੀਂ ਕਿ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦੇ ਕਿਤੇ ਨਾ ਕਿਤੇ ਉਹਨਾਂ ਨੇ ਇਸ ਕਲਚਰ ਨੂੰ ਚੇਂਜ ਕਰਾਉਣ ਵਿੱਚ ਕੁਝ ਇਫੈਕਟ ਦਿੱਤੇ? ਦੇਖੋ, ਇਹਦੇ 'ਚ ਕੋਈ ਦੋ ਰਾਏ ਵਾਲੀ ਗੱਲ ਨਹੀਂ ਹੈਗੀ ਕਿ ਆਮ ਆਦਮੀ ਪਾਰਟੀ ਜਦ ਤੋਂ ਪੰਜਾਬ 'ਚ ਆਈ ਹੈ, ਉਹਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਪਣੀ ਬਹੁਤ ਵਧੀਆ ਜਗ੍ਹਾ ਬਣਾਈ ਹੈ। ਜੇ ਅੱਜ ਦੀ ਆਪਾਂ ਮੁੱਦਿਆਂ ਦੀ ਗੱਲ ਕਰੀਏ, ਹੈਲਥ ਤੇ ਐਜੂਕੇਸ਼ਨ ਜਿਹੜਾ ਸਭ ਤੋਂ ਵੱਡਾ ਮੁੱਦਾ, ਅੱਜ ਆਮ ਆਦਮੀ ਪਾਰਟੀ ਨੇ ਇੱਕ ਤਾਂ ਫਾਇਦਾ ਕੀਤਾ ਹੈ ਕਿ ਗਰਾਊਂਡ ਲੈਵਲ ਤੇ ਹਰ ਉਮੀਦਵਾਰ ਅੱਜ ਹੈਲਥ ਤੇ ਐਜੂਕੇਸ਼ਨ ਦੀ ਗੱਲ ਕਰਦਾ, ਜਿਹੜੀ ਪਹਿਲਾਂ ਸ਼ਾਇਦ ਮੁੱਖ ਮੁੱਦਿਆਂ ਚੋਂ ਨਹੀਂ ਹੁੰਦੀ ਸੀ। ਬਾਕੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਹਾਂਜੀ ਚੰਨੀ ਜੀ ਕਿਤੇ ਕਾਪੀ ਕਰ ਰਹੇ ਨੇ ਕੇਜਰੀਵਾਲ ਜੀ ਨੂੰ, ਮੈਨੂੰ ਲੱਗਦਾ ਕਿ ਚੰਨੀ ਜੀ ਆਪ ਇੱਕ ਗਰੀਬ ਪਰਿਵਾਰ ਤੋਂ ਉਭਰੇ ਹੋਏ ਨੇ ਐਂਡ ਸ਼ਾਇਦ ਉਹ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣੂ ਹੈ। ਸੋ ਮੈਂ ਕਹਾਂ ਕਿ ਹਾਂਜੀ ਜੀ, ਕਿ ਆਮ ਆਦਮੀ ਪਾਰਟੀ ਕਰਕੇ ਹੀ ਉਹ ਸ਼ਾਇਦ ਇਦਾਂ ਦਾ ਬਿਹੇਵੀਅਰ ਕਰ ਰਿਹਾ, ਤਾਂ ਸ਼ਾਇਦ ਇੱਥੇ ਅਸੀਂ ਗਲਤ ਹੋਵਾਂਗੇ। ਜਿਹੜਾ ਬੰਦਾ ਬਚਪਨ ਤੋਂ ਜਿਹਨੇ ਔਕੜਾਂ ਦਾ ਸਾਹਮਣਾ ਕੀਤਾ ਹੋਵੇ ਨਾ, ਉਹ ਇਹਨਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ। ਉਹ ਇੱਕ ਆਮ ਆਦਮੀ ਦੀ, ਮਹਾਰਾਜਾ ਸਾਹਿਬ ਸ਼ੁਰੂ ਤੋਂ ਹੀ ਮਹਾਰਾਜਾ ਸਟਾਈਲ 'ਚ ਰਹੇ। ਉਹ ਆਮ ਆਦਮੀ ਤੱਕ ਉਹਨਾਂ ਦੀ ਅਪਰੋਚ ਮੈਂ ਸੁਣਨ 'ਚ ਤਾਂ ਵੀ ਆਉਂਦਾ ਸੀ ਕਿ ਐਮਐਲਏ ਮੰਤਰੀ ਤੱਕ ਉਹਨਾਂ ਨੂੰ ਮਿਲਣਾ ਔਖਾ ਸੀ। ਸੋ ਚੰਨੀ ਜੀ ਦਾ ਮੁਕਾਬਲਾ ਮੈਂ ਮਹਾਰਾਜਾ ਜੀ ਨਾਲ ਨਹੀਂ ਕਰ ਸਕਦਾ। ਤੇ ਜਿਹੜੇ ਚੰਨੀ ਜੀ ਦੀ ਇਹ ਸ਼ਖਸੀਅਤ ਹੈ, ਇਹ ਹੋ ਸਕਦਾ ਹੈ ਕਿ ਉਹਨਾਂ ਦੀ ਬਚਪਨ ਤੋਂ, ਕਿ ਬਿਕੋਜ਼ ਉਹ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਨੇ, ਹੋ ਸਕਦਾ ਹੈ ਇਹ ਚੀਜ਼ ਉਹਨਾਂ ਦੀ ਆਪਣੀ ਸ਼ਖਸੀਅਤ ਦਾ ਪਹਿਲਾਂ ਤੋਂ ਹਿੱਸਾ ਹੋਵੇ। ਤੁਹਾਨੂੰ ਲੱਗਦਾ ਸਰਕਾਰ ਕਾਂਗਰਸ ਦੀ ਬਣਦੀ? ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਚੰਨੀ ਜੀ ਦਾ ਤੁਸੀਂ ਇੱਕ ਲਾਈਫ ਸਟਾਈਲ ਦੱਸਿਆ, ਆਮ ਆਦਮੀ ਬਣ ਕੇ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਹੈ, ਬੜਾ ਲਾਈਫ ਸਟਾਈਲ ਚੇਂਜ ਕੀਤਾ ਹੈ, ਰੋਡ ਸ਼ੋਅ ਵੀ ਕੀਤੇ ਹੈ। ਲੋਕ ਤੁਹਾਨੂੰ ਲੱਗਦਾ ਪਸੰਦ ਕਰਦੇ ਚੰਨੀ ਸਾਹਿਬ ਨੂੰ? ਦੇਖੋ, ਇਸ ਕੋਈ ਕਿੰਤੂ ਵਾਲੀ ਗੱਲ ਨਹੀਂ ਹੈ। ਹੁਣ ਰੀਸੈਂਟ ਸਰਵੇ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਐਜ਼ ਏ ਸੀਐਮ ਦੇ ਤੌਰ ਤੇ 32% ਦੇ ਕਰੀਬ ਚੰਨੀ ਜੀ ਪਹਿਲੀ ਪਸੰਦ ਸੀ। ਐਂਡ ਇਸ ਕੋਈ ਕਿੰਤੂ ਵਾਲੀ ਗੱਲ ਨਹੀਂ ਹੈ ਕਿ ਜੇ ਅੱਜ ਕਾਂਗਰਸ ਦੁਆਰਾ ਮੁਕਾਬਲੇ 'ਚ ਆਈ ਹੈ ਤਾਂ ਉਹ 111 ਦਿਨ ਦਾ ਕੰਮ ਉਹਨਾਂ ਦਾ ਜਿਹੜਾ ਹੈਗਾ, ਉਹ ਬਹੁਤ ਵੱਡਾ ਹਿੱਸਾ ਹੈ ਉਹਨਾਂ ਨੂੰ ਦੁਆਰਾ ਕੰਪੀਟੀਸ਼ਨ 'ਚ ਲੈ ਕੇ ਆਉਣ ਵਾਸਤੇ। ਇਹ ਕਹਿ ਰਿਹਾ ਹੋਰ ਤੁਹਾਡੇ ਨਾਲ ਗੱਲ ਕਰਾਂਗੇ, ਜਿਸ ਤਰ੍ਹਾਂ ਕਿ ਸਮਰਾਲੇ ਦੀ ਇੱਕ ਸੀਟ ਹੈਗੀ ਹੈ ਜਿੱਥੋਂ ਅਮਰੀਕ ਸਿੰਘ ਢਿੱਲੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜੇ ਨੇ, 5 ਵਾਰੀ ਉਹ ਸੀਟ ਤੇ ਲੜੇ ਕਾਂਗਰਸ ਦੀ। ਹੁਣ ਉੱਥੇ ਦੀ ਟੱਕਰ ਬਾਰੇ ਕੀ ਕਹਿਣਾ ਚਾਹੋਗੇ, ਸਮਰਾਲੇ ਦੀ ਸੀਟ ਬਾਰੇ? ਦੇਖੋ, ਅਮਰੀਕ ਸਿੰਘ ਢਿੱਲੋਂ 3 ਵਾਰ ਐਮਐਲਏ ਰਹਿ ਚੁੱਕੇ ਨੇ। ਇਹਦੇ 'ਚ ਕੋਈ ਕਿੰਤੂ ਵਾਲੀ ਗੱਲ ਨਹੀਂ ਹੈ ਕਿ ਇਸ ਟਾਈਮ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਕੜਾ ਮੁਕਾਬਲਾ ਹੈ। ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ, ਰਾਜਾ ਗੰਜੀ ਥੋੜੇ ਜਿਹੇ, ਬਿਕੋਜ਼ ਕਿਉਂਕਿ ਉਹਨਾਂ ਨੂੰ ਟਾਈਮ ਘੱਟ ਮਿਲਿਆ ਹੈਗਾ ਸ਼ਾਇਦ ਹਲਕੇ ਦੇ ਵਿੱਚ ਆਪਣੇ ਲੋਕਾਂ ਨਾਲ ਵਿਚਰਨ ਦੇ ਵਿੱਚ। ਪਰ ਜਿੱਥੋਂ ਤੱਕ ਮੁਕਾਬਲੇ ਦੀ ਗੱਲ ਮੈਂ ਕਹਿਣਾ, ਉਹਦੇ ਵਿੱਚ ਅਮਰੀਕ ਸਿੰਘ ਢਿੱਲੋਂ ਜੀ ਦੇ ਆਉਣ ਨਾਲ ਸ਼ਾਇਦ ਇਹ ਮੁਕਾਬਲਾ ਤਿਕੋਣਾ ਹੋ ਚੁੱਕਾ ਹੈ। ਜਿਸ ਦਿਨ ਵੀ ਤੁਹਾਨੂੰ ਲੱਗਦਾ? ਦੇਖੋ, ਮੈਂ ਤੁਹਾਨੂੰ ਇਹੀ ਗੱਲ ਕਹਿ ਰਿਹਾ ਵਾ, ਇਸ ਚੀਜ਼ ਦੀ ਸੰਭਾਵਨਾ ਤੇ ਮੈਂ ਹਲੇ ਕੋਈ ਜ਼ਿਆਦਾ ਕਿੰਤੂ ਨਹੀਂ ਕਰ ਸਕਦਾ। ਕਿਉਂਕਿ ਉਹ ਰੈਗੂਲਰ ਕਾਂਗਰਸ ਦੀ ਸੀਟ ਤੋਂ ਜਿੱਤੇ ਆ ਰਹੇ ਨੇ, ਐਤਕੀ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ, ਇਸ ਲਈ ਉਹਨਾਂ ਨੇ ਆਜ਼ਾਦ ਲੜਨ ਦਾ ਇੱਕ ਨਿਰਣੇ ਲਿੱਤਾ ਹੈ। ਇਸੇ ਕਾਰਨ ਸ਼ਾਇਦ ਉਹਨਾਂ ਨੂੰ ਪਾਰਟੀ 'ਚ ਵੀ ਕੱਢ ਦਿੱਤਾ ਗਿਆ।
ਦੇਖੋ ਉਹ ਜਿੱਤਣਗੇ ਜਾਂ ਹਾਰਨਗੇ ਤਾਂ 10 ਤਰੀਕ ਦੱਸੂਗੀ, ਪਰ ਉਹ ਕਾਂਗਰਸ ਨੂੰ ਹਰਾਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਨਗੇ। ਦੇਖੋ ਇਹ ਸੀਗੇ ਪੰਜਾਬ ਦੇ ਐਨਾਲਾਈਜ਼। ਅਸੀਂ ਅੱਜ ਗੁਰਪ੍ਰੀਤ ਸਿੰਘ ਕੈਰੋ ਜੀ ਨਾਲ ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਸਮੀਕਰਨ ਪੰਜਾਬ ਦੇ ਵਿੱਚ ਰਹੇ ਨੇ ਜਾਂ ਲੋਕਾਂ ਦੀ ਸੋਚ ਕਿਸ ਤਰ੍ਹਾਂ ਦੀ ਰਹੀ ਹੈ। ਬਾਕੀ ਜਿਹੜਾ 10 ਤਰੀਕ ਨੂੰ ਫਾਈਨਲ ਡਿਸੀਜਨ ਆਣਾ ਹੈ, ਪੰਜਾਬ ਦਾ ਜਿਹੜਾ ਸਿਰ ਹੈ ਉਹ ਕਿਹਦੇ ਸਿਰ ਬੰਨਿਆ ਜਾਣਾ ਜਾਂ ਪੰਜਾਬ ਦਾ ਚੀਫ ਮਿਨਿਸਟਰ ਕੌਣ ਬਣੂਗਾ। ਸਾਡੇ ਚੈਨਲ ਤੇ ਖਬਰਾਂ ਨੂੰ ਦੇਖਣ ਵਾਸਤੇ ਬਣੇ ਰਹੋ। 24 ਲਾਈਵ ਨਿਊਜ਼ ਨੂੰ ਲਾਈਕ ਵੀ ਕਰੋ, ਸਬਸਕ੍ਰਾਈਬ ਵੀ ਕਰੋ। ਹੋਰ ਨਵੇਂ ਮੁੱਦਿਆਂ ਦੇ ਤੁਹਾਡੇ ਨਾਲ ਮਿਲਾਂਗੇ। ਬਣੇ ਰਹੋ ਸਾਡੇ ਚੈਨਲ ਦੇ ਨਾਲ। ਧੰਨਵਾਦ।